Hello everyone, welcome to Victor's Knowledge. This is Chinu Sharma, and today we are going to take up another important topic from the subject logical and analytical reasoning. So ਜਿਹੜਾ ਇਹ ਟੌਪਿਕ ਹੈ ਇਹਦੇ ਵਿੱਚੋਂ 100% ਹਰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦੇ ਆ ਤੇ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਕੋਰਿੰਗ ਟੌਪਿਕ ਹੈ। ਸੋ ਆਪਣਾ ਅੱਜ ਦਾ ਟੌਪਿਕ ਹੈ ਸਟੇਟਮੈਂਟ ਐਂਡ ਕਨਕਲੂਜਨ। Now let's do some practical questions ਤੇ ਇਹਨਾਂ questions ਨੂੰ solve ਕਰਕੇ ਤੁਹਾਨੂੰ ਆਈਡੀਆ ਹੋ ਜੂ ਕਿ ਐਗਜ਼ਾਮ ਦੇ ਵਿੱਚ ਸਟੇਟਮੈਂਟ ਕਨਕਲੂਜਨ ਵਾਲੇ questions ਦਾ ਤੁਸੀਂ ਕਿਵੇਂ ਆਨਸਰ ਕਰਨਾ ਹੈ। ਸੋ ਆਪਣਾ question ਹੈ in each of the following question a statement has been given followed by few conclusion। ਸੋ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ question ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਰੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਇੱਕ ਸਿੰਪਲ ਜੀ ਲਾਈਨ ਉਹਦੇ ਵਿੱਚੋਂ ਤੁਸੀਂ ਟਿਕ ਕਰਨਾ ਹੈ ਵੀ ਕਿਹੜਾ ਕਿਹੜਾ ਕਨਕਲੂਜਨ ਨਿਕਲਦਾ ਹੈ। ਕਨਕਲੂਜਨ ਦਾ ਮਤਲਬ ਹੈ ਸਿੱਟਾ। ਸੋ ਤੁਸੀਂ ਦੱਸਣਾ ਹੈ ਕਿ ਇਹ ਜਿਹੜੀ ਸਟੇਟਮੈਂਟ ਹੈ ਜਿਹੜੇ ਤੁਹਾਨੂੰ ਉੱਥੇ 2 ਜਾਂ 3 ਜਿੰਨੇ ਮਰਜ਼ੀ ਆਪਸ਼ਨਸ ਦੇ ਵਿੱਚ ਕਨਕਲੂਜਨ ਸਿੱਟੇ ਕੱਢੇ ਹੋਏ ਨੇ ਉਸ ਸਟੇਟਮੈਂਟ ਦੇ ਨਾਲ ਰਿਲੇਟਡ ਆਪਾਂ ਦੱਸਣਾ ਹੈ ਕਿ ਉਹ ਸਹੀ ਹੈ ਜਾਂ ਫਿਰ ਗਲਤ। ਤੇ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਦੋਂ ਵੀ ਕੋਈ ਤੁਹਾਨੂੰ ਸਟੇਟਮੈਂਟ ਆ ਰਹੀ ਹੈ ਤੁਸੀਂ ਉਸ ਸਟੇਟਮੈਂਟ ਨੂੰ ਟਰੂ ਸਮਝਣਾ ਹੈ। ਉਹ ਚਾਹੇ ਕੋਈ ਫਿਕਸ਼ਨਲ ਹੈ ਚਾਹੇ ਕੋਈ ਕਹਾਣੀ ਕ੍ਰੀਏਟ ਕੀਤੀ ਹੋਈ ਹੈ ਤੁਸੀਂ ਉਹਦੇ 'ਚ ਆਪਣਾ ਦਿਮਾਗ ਨਹੀਂ ਲਗਾਉਣਾ। ਤੁਹਾਨੂੰ ਜਿੰਨੀ ਗੱਲ ਸਟੇਟਮੈਂਟ 'ਚ ਕਹਿਤੀ ਓਨੀ ਗੱਲ ਦੇ ਮੁਤਾਬਿਕ ਤੁਸੀਂ ਕਨਕਲੂਡ ਕਰਨਾ ਹੈ। ਸੋ ਹੁਣ ਆਪਾਂ ਫਰਸਟ ਕੁਐਸਚਨ ਦੇਖਦੇ ਹਾਂ। ਸੋ ਇਹਦੀ ਸਟੇਟਮੈਂਟ ਹੈ ਗੋਲਡ ਪ੍ਰਾਈਸਿਸ ਆਰ ਰਾਈਜ਼ਿੰਗ ਈਚ ਡੇ ਇਨ ਦ ਮਾਰਕੀਟ। ਕਹਿੰਦੇ ਹਰ ਦਿਨ ਜਿਹੜੇ ਸੋਨੇ ਦੇ ਰੇਟ ਨੇ ਭਾਅ ਨੇ ਉਹ ਵੱਧਦੇ ਜਾਂਦੇ ਨੇ ਹਰ ਦਿਨ ਮਾਰਕੀਟ ਦੇ ਵਿੱਚ। ਸੋ ਪਹਿਲਾ ਸਿੱਟਾ ਕੱਢਿਆ ਵੀ ਇਸ ਸਟੇਟਮੈਂਟ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਕੋਈ ਸੋਨਾ ਹੀ ਨਹੀਂ ਪਾਉਂਦਾ nobody wear gold nowadays। ਦੂਜਾ ਕਨਕਲੂਜਨ ਕੱਢਿਆ ਕਿ ਅੱਜ ਕੱਲ ਲੋਕਾਂ ਨੂੰ ਸੁਨਿਆਰਾਂ ਦੀ ਜਿਹੜੀਆਂ ਦੁਕਾਨਾਂ ਨੇ ਗੋਲਡ ਸ਼ਾਪ ਉਹ ਲੱਭਣੀਆਂ ਬਹੁਤ ਔਖੀਆਂ ਹੋ ਗਈਆਂ ਨੇ। ਸੋ ਇਹ ਦੋਨੋਂ ਹੀ ਚੀਜ਼ਾਂ ਦਾ ਇਸ ਸਟੇਟਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਟੇਟਮੈਂਟ ਸਿੰਪਲੀ ਕਹਿ ਰਹੀ ਹੈ ਵੀ ਗੋਲਡ ਦੇ ਰੇਟ ਹਰ ਦਿਨ ਵੱਧਦੇ ਜਾ ਰਹੇ ਨੇ। ਇਹਦੇ 'ਚ ਇਹ ਤਾਂ ਨਹੀਂ ਕਿਹਾ ਵੀ ਲੋਕਾਂ ਨੇ ਸੋਨਾ ਹੀ ਪਾਉਣਾ ਛੱਡਤਾ ਜਾਂ ਫਿਰ ਆਪਾਂ ਨੂੰ ਸੁਨਿਆਰਿਆਂ ਦੀ ਦੁਕਾਨਾਂ ਹੀ ਨਹੀਂ ਮਿਲ ਰਹੀਆਂ। ਸੋ ਇਹ ਦੋਨੋਂ ਹੀ ਸਟੇਟਮੈਂਟ ਗਲਤ ਹੈ। ਇਸੇ ਲਈ ਇਹਦਾ ਸਹੀ ਆਨਸਰ ਹੈ ਨੀਦਰ ਕਨਕਲੂਜਨ 1 not 2 ਫੋਲੋ। ਮਤਲਬ ਦੋਨੋਂ ਹੀ ਜਿਹੜੇ ਸਿੱਟੇ ਕੱਢੇ ਨੇ ਉਹ ਗਲਤ ਨੇ। ਉਹਨਾਂ ਦਾ ਇਸ ਸਟੇਟਮੈਂਟ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ। ਸੋ ਇਹ ਤੁਸੀਂ ਸਿੰਪਲ ਜਿਹਾ ਆਪਣਾ ਰੈਸ਼ਨਲ ਦਿਮਾਗ ਲਗਾ ਕੇ ਸਟੇਟਮੈਂਟ ਕਨਕਲੂਜਨ ਦੇ ਜਿਹੜੇ ਕੁਐਸਚਨ ਹੈ ਉਹਨਾਂ ਨੂੰ ਸੋਲਵ ਕਰਨਾ ਹੈ। Next है Agrima took part in state level singing competition and won it। Agrima ਇਹਨੇ state level ਇੱਕ singing competition ਦੇ ਵਿੱਚ participate ਕੀਤਾ ਤੇ ਉੱਥੇ ਉਹ ਜੇਤੂ ਰਹੀ। ਸੋ ਇਸ ਚੀਜ਼ ਤੋਂ ਪਹਿਲਾ ਸਿੱਟਾ ਕੱਢਿਆ ਵੀ ਅਗਰਿਮਾ ਆਪਣੇ ਪੂਰੇ ਦੇਸ਼ ਦੀ ਬੈਸਟ ਸਿੰਗਰ ਹੈ। ਦੂਜਾ ਕੱਢਿਆ ਕਿ ਅਗਰਿਮਾ ਇੱਕ ਵਧੀਆ ਡਾਂਸਰ ਵੀ ਹੈ। ਸੋ ਹੁਣ ਤੁਸੀਂ ਦੇਖੋ ਸਟੇਟਮੈਂਟ ਦੇ ਵਿੱਚ ਕਿਤੇ ਇਹ ਗੱਲ ਹੋਈ ਹੈ ਵੀ ਉਹ ਇੰਡੀਆ ਲੈਵਲ ਦੇ ਉੱਤੇ ਉਹਨੇ ਟੌਪ ਕੀਤਾ ਹੈ ਉਰੇ ਇੱਕ ਸਟੇਟ ਲੈਵਲ ਕੰਪੀਟੀਸ਼ਨ ਦੀ ਗੱਲ ਹੋਈ ਹੈ। ਸੋ ਫਰਸਟ ਸਿੱਟਾ ਬਿਲਕੁਲ ਗਲਤ ਹੈ। ਦੂਜੀ ਗੱਲ ਉਰੇ ਡਾਂਸ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਸਿਰਫ ਇਹ ਕਿਹਾ ਵੀ ਉਹਨਾਂ ਨੇ ਸਿੰਗਿੰਗ 'ਚ ਪਾਰਟਿਸਿਪੇਟ ਕੀਤਾ ਤੇ ਉਹ ਜਿੱਤੀ। ਸੋ ਗੁੱਡ ਡਾਂਸਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਇਹ ਵੀ ਦੋਨੋਂ ਸਟੇਟਮੈਂਟਸ ਆਪਣੀਆਂ ਗਲਤ ਹੋ ਜਾਂਦੀਆਂ ਨੇ। ਇਸੇ ਲਈ ਆਪਣਾ ਆਨਸਰ ਹੈ ਨੀਦਰ ਕਨਕਲੂਜਨ 1 not 2 ਫੋਲੋ। Third है going for walks in the morning and evenings can act as an exercise for old people। ਕਹਿੰਦੇ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਲੋਕ ਨੇ ਜੋ ਸਵੇਰੇ ਤੇ ਸ਼ਾਮ ਨੂੰ ਸੈਰ ਤੇ ਜਾਣ ਵਾਕ ਤੇ ਜਾਣ ਤਾਂ ਉਹ ਉਹਨਾਂ ਦੇ ਲਈ ਵਧੀਆ ਐਕਸਰਸਾਈਜ਼ ਹੈ। ਸੋ ਪਹਿਲਾ ਸਿੱਟਾ ਕੱਢਿਆ ਕਨਕਲੂਜਨ ਹੈ going for morning walk will help the old and aged people to stay fit। ਸੋ ਇਹ ਬਿਲਕੁਲ ਸਹੀ ਹੈ ਕਿ ਜੇ ਤੁਹਾਡੇ ਲਈ ਕੋਈ ਚੀਜ਼ ਐਕਸਰਸਾਈਜ਼ ਦੇ ਤੌਰ ਤੇ ਕੰਮ ਕਰ ਰਹੀ ਹੈ ਮਤਲਬ ਉਹ ਤੁਹਾਨੂੰ ਫਿਟ ਰੱਖੂਗੀ। ਦੂਜਾ ਸਿੱਟਾ ਯੂਥ ਮਸਟ ਨਾਟ ਗੋ ਫॉर ਵਾਕਸ। ਇਹ ਚੀਜ਼ ਦਾ ਕੋਈ ਵੀ ਲੈਣਾ ਦੇਣਾ ਨਹੀਂ ਆ। ਉਹਨਾਂ ਨੇ ਗੱਲ ਕੀਤੀ ਹੈ ਸਿਰਫ 올ਡ ਪੀਪਲ ਦੀ। ਉਹਨਾਂ ਨੇ ਕੁਝ ਨਹੀਂ ਕਿਹਾ ਵੀ ਬਾਕੀ ਲੋਕ ਜਾਣ ਨਾ ਜਾਣ। ਉਰੇ ਸਿਰਫ ਇੱਕ ਏਜ ਗਰੁੱਪ ਦੇ ਫਾਇਦਾ ਕੀ ਹੈ ਵਾਕ ਤੇ ਜਾਣ ਦਾ ਉਹ ਦੱਸਿਆ ਹੈ। ਸੋ ਸੈਕਿੰਡ ਸਟੇਟਮੈਂਟ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਰੇ ਆਪਣਾ ਕਨਕਲੂਜਨ 1 ਫੋਲੋ ਕਰ ਰਿਹਾ ਹੈ। ਸੋ ਆਪਸ਼ਨ A ਇਜ਼ ਦ ਰਾਈਟ ਆਂਸਰ। ਅਗਲਾ ਕੁਐਸਚਨ ਹੈ A privately run company has declared salary deduction of all its employees by 20% because it has been facing losses over 3 months now।
ਕਹਿੰਦੇ ਕੋਈ ਪ੍ਰਾਈਵੇਟ ਕੰਪਨੀ ਹੈ, ਉਹਨੂੰ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਘਾਟਾ ਪੈ ਰਿਹਾ ਸੀ, ਉਹਨੂੰ ਕੋਈ ਮੁਨਾਫਾ ਨਹੀਂ ਸੀ ਹੋ ਰਿਹਾ ਆਪਣੇ ਬਿਜ਼ਨਸ। ਇਸੇ ਚੀਜ਼ ਨੂੰ ਚੱਲਦੇ ਹੋਏ ਉਹਨੇ ਆਪਣੇ ਇੰਪਲੋਇਜ਼ ਦੀ, ਉਰੇ ਗੱਲ ਨਹੀਂ ਕੀਤੀ ਵੀ ਕਿਹੜੇ ਲੈਵਲ ਦੇ ਇੰਪਲੋਇਜ਼ ਦੀ, ਆਪਣੇ ਇੰਪਲੋਇਜ਼ ਦੀ ਜੋ ਉਹਦੇ 'ਚ ਕੰਮ ਕਰ ਰਹੇ ਨੇ ਕੰਪਨੀ 'ਚ 20% ਦਰ ਦੇ ਨਾਲ ਜਿਹੜੀ ਉਹਨਾਂ ਦੀ ਤਨਖਾਹ ਹੈ, ਸੈਲਰੀ ਹੈ, ਉਹਨੂੰ ਘਟਾਤਾ। ਸੋ ਫਰਸਟ ਕੰਕਲੂਜਨ ਹੈ employees are free to resign from their job. Second है company will not deduct the salary of high scale manager. So पहली जे ਆਪਾਂ conclusion ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ EMPLOYEES ਦੀ ਮਰਜ਼ੀ ਹੈ ਕਿ ਉਹ ਜੌਬ ਨੂੰ ਛੱਡ ਸਕਦੇ ਨੇ। ਐਵੇਂ ਦੀ ਕੋਈ ਗੱਲ ਨਹੀਂ ਹੋਈ, ਕੰਪਨੀ ਬੰਦ ਨਹੀਂ ਹੋ ਰਹੀ ਹੈ, ਸਿਰਫ ਉਹਨੇ ਕੁਝ ਸੈਲਰੀ ਲੌਸਿਸ ਨੂੰ ਚੱਲਦੇ ਹੋਏ ਘਟਾਈ ਹੈ। ਸੋ ਪਹਿਲਾ conclusion ਬਿਲਕੁਲ ਫੋਲੋ ਨਹੀਂ ਕਰਦਾ। ਅਗਲੀ ਗੱਲ ਹੈ ਉਹ ਕਹਿੰਦੇ ਕਿ ਹਾਈ ਸਕੇਲ ਮੈਨੇਜਰਸ ਦੀ ਸੈਲਰੀ ਨਹੀਂ ਘਟਾਈ, ਉਰੇ ਉਹਨਾਂ ਨੇ ਸਟੇਟਮੈਂਟ 'ਚ ਕੀ ਲਿਖਿਆ ਆਲ, ਮਤਲਬ ਹਰ EMPLOYE ਦੀ 20% ਘਟਾਈ ਹੈ। ਸੋ ਇਹ ਵਾਲੀ conclusion ਵੀ ਗਲਤ ਹੈ, ਇਸੇ ਲਈ ਇਹਦਾ ਸਹੀ ਆਨਸਰ ਹੈ ਆਪਸ਼ਨ 4, neither conclusion 1 nor 2 follow. So then last question है, two farmers Raju and Manu have land right next to each other. ਸੋ ਰਾਜੂ ਤੇ ਮਨੂ ਦੋ ਕਿਸਾਨ ਨੇ, ਦੋਨਾਂ ਦੀ ਜ਼ਮੀਨ ਬਿਲਕੁਲ ਇੱਕ ਦੂਜੇ ਦੇ ਨਾਲ ਲੱਗਦੀ ਹੈ। They have been working on their land for a year and both grow the same crop. ਸੋ ਕਹਿੰਦੇ 1 ਸਾਲ ਤੋਂ ਦੋਨੋਂ ਉੱਥੇ ਆਪਣੀ ਫਸਲ ਉਗਾ ਰਹੇ ਨੇ ਆਪਣੀ ਜ਼ਮੀਨ ਉੱਤੇ ਤੇ ਦੋਨੋਂ ਸੇਮ ਤਰ੍ਹਾਂ ਦੀ ਕ੍ਰੌਪ ਉਗਾ ਰਹੇ ਨੇ। ਤੇ ਉਸ ਤੋਂ ਬਾਅਦ ਕਹਿੰਦੇ ਦੋਨੋਂ ਸੇਮ ਟਾਈਮ ਲਗਾਉਂਦੇ ਨੇ ਆਪਣੀ ਜ਼ਮੀਨ ਤੇ, ਬਿਲਕੁਲ ਸੇਮ ਪੈਸਟੀਸਾਈਡਸ ਵਗੈਰਾ ਦਾ ਛਿੜਕਾਅ ਕਰਦੇ ਨੇ ਤੇ ਦੋਨੋਂ ਹੀ ਬਹੁਤ ਮਿਹਨਤੀ ਨੇ। ਪਰ ਕਹਿੰਦੇ ਜਦੋਂ ਵਾਢੀ ਦਾ ਸੀਜ਼ਨ ਆਇਆ ਉਸ ਟਾਈਮ ਕੀ ਹੋਇਆ, ਰਾਜੂ ਦੀ ਜਿਹੜੀ ਲੈਂਡ ਸੀ ਉਹਨੇ ਵਧੀਆ ਕਲਟੀਵੇਸ਼ਨ ਦਿੱਤੀ, ਉਹਦੀ ਫਸਲ ਵਧੀਆ ਰਹੀ ਮਨੂ ਦੀ ਲੈਂਡ ਦੇ ਕੰਪੈਰੀਟਿਵਲੀ। ਸੋ ਆਈ ਥਿੰਕ ਤੁਹਾਨੂੰ ਸਟੇਟਮੈਂਟ ਸਿੰਪਲ ਜਿਹੀ ਛੋਟੀ ਜਿਹੀ ਸਟੋਰੀ ਸਮਝ ਆ ਗਈ ਦੋ ਕਿਸਾਨਾਂ ਦੀ। ਹੁਣ ਕਨਕਲੂਜਨ 1 ਹੈ, ਕੁਆਲਿਟੀ ਆਫ ਪੈਸਟੀਸਾਈਡ ਯੂਜ਼ ਬਾय ਮਨੂ ਵਾਜ਼ ਨਾਟ ਗੁੱਡ। ਇਹ ਜੀ ਕੋਈ ਗੱਲ ਨਹੀਂ ਹੈ, ਆਪਣੇ ਕੋਲ ਸਟੇਟਮੈਂਟ ਵਿੱਚ ਹੀ ਉਹਨਾਂ ਨੇ ਲਿਖਤਾ ਵੀ ਦੋਨਾਂ ਨੇ ਸੇਮ ਪੈਸਟੀਸਾਈਡ ਯੂਜ਼ ਕੀਤੇ ਨੇ। ਸੋ ਉਰੇ ਕੁਆਲਿਟੀ ਮਨੂ ਦੀ ਵਧੀਆ ਹੋਵੇ ਜਾਂ ਰਾਜੂ ਦੀ ਵਧੀਆ ਹੋਵੇ ਇਹਦੀ ਕੋਈ ਵੀ ਗੱਲ ਨਹੀਂ ਹੈ। ਨੈਕਸਟ ਹੈ ਰੇਨ ਰੂਇਨਡ ਮਨੂਸ ਕ੍ਰੌਪ। ਸੋ ਰੇਨ ਕੀ ਬਾਰਿਸ਼ ਹੋਈ ਉਸ ਚੀਜ਼ ਦਾ ਤਾਂ ਪੂਰੀ ਸਟੇਟਮੈਂਟ ਵਿੱਚ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ। ਸੋ ਇਹ ਦੋਨੋਂ ਸਟੇਟਮੈਂਟ ਗਲਤ ਹੈ ਤੇ ਇਹਦਾ ਸਹੀ ਉੱਤਰ ਹੈ ਆਪਸ਼ਨ 4, ਨੀਦਰ ਕਨਕਲੂਜਨ 1 ਔਰ 2 ਫੋਲੋ। ਸੋ ਇਹ ਸੀ ਆਪਣੇ ਸਿੰਪਲ ਜੇ ਸਟੇਟਮੈਂਟ ਐਂਡ ਕਨਕਲੂਜਨ ਦੇ ਕੁਐਸਚਨ। ਐਗਜ਼ੈਕਟਲੀ ਇਸੇ ਲੈਵਲ ਦੇ ਹੀ ਤੁਹਾਨੂੰ ਪੇਪਰ 'ਚ ਆਉਣੇ ਨੇ। ਤੁਸੀਂ ਕੀ ਕਰਨਾ ਹੈ, ਸਿੰਪਲ ਜੀ ਟ੍ਰਿਕ ਹੈ, ਤੁਸੀਂ ਇਹ ਦੇਖਣਾ ਵੀ ਕਨਕਲੂਜਨ 'ਚੋਂ ਇਸ ਸਟੇਟਮੈਂਟ ਦੇ ਵਿੱਚ ਉਸ ਚੀਜ਼ ਦਾ ਜ਼ਿਕਰ ਹੋ ਰਿਹਾ ਚਾਹੇ ਇਨਡਾਇਰੈਕਟਲੀ ਡਾਇਰੈਕਟਲੀ, ਜੇ ਨਹੀਂ ਹੋ ਰਿਹਾ ਤਾਂ ਤੁਸੀਂ ਉੱਥੇ ਨੀਦਰ ਆਪਸ਼ਨ ਟਿਕ ਕਰਨੀ ਹੈ। ਜੇ ਕਿਸੇ ਇੱਕ ਕਨਕਲੂਜਨ ਦਾ ਫੋਲੋ ਅਪ ਹੋ ਰਿਹਾ ਤਾਂ ਤੁਸੀਂ ਆਪਸ਼ਨ 1 ਕਰਨੀ ਹੈ। ਜੇ ਦੋਨੋਂ ਕਨਕਲੂਜਨ ਨਿਕਲ ਰਹੇ ਨੇ ਤਾਂ ਤੁਹਾਡਾ ਆਨਸਰ ਹੋਊਗਾ ਬੋਥ ਕਨਕਲੂਜਨ 1 ਔਰ 2 ਫੋਲੋਜ਼। ਸੋ ਇਸ ਤਰ੍ਹਾਂ ਦੇ ਨਾਲ ਇਹ ਕੁਐਸਚਨ ਕਰਨ ਦਾ ਇੱਕ ਹੀ ਟ੍ਰਿਕ ਹੈ ਕਿ ਤੁਸੀਂ ਉਸ ਸਟੇਟਮੈਂਟ ਨੂੰ ਸੱਚੀ ਸਮਝ ਕੇ ਉਹਦੇ ਵਿੱਚ ਆਪਣਾ ਐਕਸਟਰਾ ਦਿਮਾਗ ਨਹੀਂ ਲਗਾਉਣਾ ਤੇ ਆਪਸ਼ਨਸ ਦੇ ਮੁਤਾਬਿਕ ਤੁਸੀਂ ਦੇਖਣਾ ਵੀ ਉਹ ਆਪਸ਼ਨ ਦੀ ਗੱਲ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ। ਤੁਸੀਂ ਇਹ ਨਹੀਂ ਸੋਚਣਾ ਵੀ ਇਹ ਰਿਐਲਿਟੀ ਦੇ ਵਿੱਚ ਜਾਂ ਆਪਣੀ ਅਸਲੀ ਜ਼ਿੰਦਗੀ ਦੇ ਵਿੱਚ ਤਾਂ ਪੋਸੀਬਲ ਹੀ ਨਹੀਂ ਹੈ। ਜੋ ਸਟੇਟਮੈਂਟ ਨੇ ਕਹਿਤਾ ਤੁਸੀਂ ਉਹਨੂੰ ਸੱਚ ਮੰਨ ਕੇ ਉਹਦਾ ਕਨਕਲੂਜਨ ਕੱਢਣਾ ਹੈ। So this was all about our today's lecture on statement and conclusion. I hope you liked the video. Keep supporting Victor's Knowledge. Thank you and good luck.